अमे दृष्ट शुभ करे, हरै अग पाप सकल मल। काम क्रोध अर लोभ मोह वस करे सबे बल। सदा सुख मन वसै, दुख संसारा खोवै। गुर नवनिध दरियाओ, जन्म हम कालख तोवै। सो कहो टल गुर सेवियै, एहन सहज सुभाए। दर्शन परसै गुरु कै, जन्म मरण दुख जाए। होवै सिफत खसामदी, नूर अरसों कुरसों चटियै। तुद डिठे सच्चे पातशाह, मल जन्म जन्म दी कटियै। सज्जन सच्चा पातशाह, सिर शाहां दे शाह। जिस पास बैठिया सोहीऐ, सबना दा वेसा। जिस पास बैठिया सोहीऐ, सबना दा वेसा। परम सत्कारयोग धन श्री गुरु ग्रंथ साहिब पातशाह जी दी पावन गोद अंदर सुभाईमान सतगुर जी दी साजी नवाजी प्यारी साध संगत जीओ, आप जी बड़े ही प्यार दे नाल अमृत वेले तो धन श्री गुरु हरकृष्ण महाराज जी दी चरण छो प्राप्त पावन अस्थान गुरुद्वारा श्री बंगला साहिब विखे हाजरी भर रहे हो। बड़े प्यार दे नाल आप जी ने गुरुद्वारा साहिब जी दे हैड ग्रंथी भाई रणजीत सिंह जी पासों जो लड़ीवार पावन शब्द आप जी ने सरवण किया है, जिस दी विचार करन दा सुभाग समा प्राप्त होया है। पावन शब्द धन श्री गुरु ग्रंथ साहिब महाराज जी दे अंदर 185 अंग साहिब ते गौड़ी गुआरेरी राग दे अंदर गुरु अर्जन देव पातशाह जी का उचारण किया होया सुभाईमान है। आओ जी बड़े प्यार दे नाल फतेह नाल सांझ पा के पावन शब्द की विचार की आरंभता करिए जी। वाहिगुरु जी का खालसा, वाहिगुरु जी की फतेह। धन श्री गुरु अर्जन देव पातशाह जिन्हां नूं धन श्री गुरु अमरदास पातशाह जी ने बाणी के बोहथे का खिताब दिता है, बाणी का जहाज। धन श्री गुरु अर्जन देव पातशाह जी जिन्हां दे कोल जदों ये अमोलक खजाना, ये अमोलक दात बाणी रूप दे विच गुरु रामदास पातशाह जी पासों प्राप्त हुंदी है, तां इस कीमती खजाने दे बाबत सतगुरु जी ने अज दे पावन शब्द दे अंदर इस खजाने की कीमत नूं समझाउण दा एक यतन किया है कि यह खजाना कितना कीमती है। ते इस खजाने नूं पाउण वाला जिस दे मन विच यह खजाना वस जांदा है, जिहड़ा इस खजाने की कीमत नूं जाण लैंदा है, जिवें यह खजाना कीमती है
ਉਸੇ ਤਰ੍ਹਾਂ ਇਸ ਖਜ਼ਾਨੇ ਨੂੰ ਮਨ ਵਿੱਚ ਵਸਾਉਣ ਵਾਲੇ ਦਾ ਜੀਵਨ ਵੀ ਕੀਮਤੀ ਬਣ ਜਾਂਦਾ ਹੈ, ਕਿਉਂਕਿ ਅਕਾਲ ਪੁਰਖ ਪਰਮਾਤਮਾ ਆਪ ਕੀਮਤ ਤੋਂ ਰਹਿਤ ਹੈ। ਤੇ ਜੇ ਪਰਮਾਤਮਾ ਕੀਮਤ ਤੋਂ ਰਹਿਤ ਹੈ, ਜਿਸ ਪਰਮਾਤਮਾ ਦਾ ਇਹ ਕੀਮਤੀ ਖਜ਼ਾਨਾ ਹੈ ਨਾ, ਤਾਂ ਫਿਰ ਉਹਨਾਂ ਦੀ ਵੀ ਕੋਈ ਕੀਮਤ ਤੇ ਕੋਈ ਮੁੱਲ ਨਹੀਂ ਪਾ ਸਕਦਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਜੋ ਆਪਾਂ ਪਹਿਲੀ ਪੰਕਤੀ ਪੜਾਂਗੇ, ਹਮ ਧਨਵੰਤ ਭਾਗਠ ਸਚ ਨਾਏ। ਧਨਵੰਤ ਦੀ ਗੱਲ ਕੀਤੀ ਹੈ। ਧਨਵੰਤ ਉਹ ਹੁੰਦਾ ਹੈ ਜਿਹਦੇ ਕੋਲ ਧਨ ਪਦਾਰਥ ਹੋਵੇ, ਪਰ ਧਨੀ ਵੀ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਸੰਸਾਰਕ ਤੌਰ ਤੇ ਧਨੀ ਤੇ ਇੱਕ ਅਧਿਆਤਮਕ ਤੌਰ ਤੇ ਧਨੀ। ਜ਼ਰੂਰੀ ਨਹੀਂ ਕਿ ਜਿਹਦੇ ਕੋਲ ਸੰਸਾਰਕ ਤੌਰ ਤੇ ਧਨ ਹੈ, ਦੌਲਤ ਹੈ, ਉਹੀ ਧਨੀ ਹੋਵੇ। ਧਨੀ ਹੋਣ ਦਾ ਸੰਬੰਧ ਸੰਸਾਰ ਦੀ ਦੌਲਤ ਨਾਲ ਨਹੀਂ ਹੈ। ਹਾਂ, ਸੰਸਾਰ ਦੀ ਨਿਗਾਹ ਦੇ ਵਿੱਚ ਧਨ ਦੌਲਤ ਬਹੁਤਾ ਹੋਣ ਕਰਕੇ ਉਸ ਨੂੰ ਧਨੀ ਹੋਣ ਦਾ ਖਿਤਾਬ ਦਿੱਤਾ ਜਾਏਗਾ ਵੀ ਤੂੰ ਧਨਵਾਨ ਹੈ, ਤੇਰੇ ਕੋਲ ਬੜਾ ਧਨ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਆਓ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਸ ਸੰਸਾਰ ਦੇ ਅੰਦਰ ਹਕੀਕਤ ਵਿੱਚ ਧਨਵਾਨ ਹੈ ਕੌਣ। ਜਦੋਂ ਬਾਣੀ ਪੜ੍ਹਦੇ ਆ, ਸਤਿਗੁਰੂ ਜੀ ਨੇ ਬਾਣੀ ਨੂੰ ਰਤਨ ਦਾ ਖਿਤਾਬ ਦਿੱਤਾ ਹੈ, ਹੀਰੇ ਮੋਤੀਆਂ ਦਾ ਖਿਤਾਬ ਦਿੱਤਾ ਹੈ। ਇਹ ਕੀਮਤੀ ਮੋਤੀ ਨੇ, ਹੀਰੇ ਨੇ, ਤੇ ਇਹਨਾਂ ਨੂੰ ਚੁਗਦਾ ਕੌਣ ਹੈ? ਸਤਿਗੁਰੂ ਜੀ ਕਹਿੰਦੇ ਜਿਹੜੇ ਹੰਸ ਰੂਪ ਸਿੱਖ ਨੇ ਨਾ, ਉਹ ਇਸ ਕੀਮਤੀ ਮੋਤੀਆਂ ਨੂੰ ਚੁਗਦੇ ਨੇ, ਹਾਸਲ ਕਰਦੇ ਨੇ, ਜੀਵਨ 'ਚ ਧਾਰਨ ਕਰਦੇ ਹੈ। ਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ, ਉਹ ਇਸ ਸੰਸਾਰ ਦੇ ਅੰਦਰ ਹਕੀਕਤ ਦੇ ਵਿੱਚ ਧਨਵਾਨ ਨੇ, ਧਨੀ ਨੇ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਦੋਂ ਗੁਰੂ ਨੇ ਮੇਰੇ ਮਸਤਕ ਤੇ, ਮੇਰੇ ਮੱਥੇ ਤੇ ਆਪਣਾ ਹੱਥ ਰੱਖ ਦਿੱਤਾ ਨਾ, ਤਾਂ ਐਸੀ ਕਿਰਪਾ ਬਖਸ਼ਿਸ਼ ਹੋਈ ਕਿ ਮੇਰਾ ਹਿਰਦਾ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨਾਲ ਭਰ ਗਿਆ, ਅਕਾਲ ਪੁਰਖ ਪਰਮਾਤਮਾ ਦੇ ਨਾਮ ਨਾਲ ਹਿਰਦਾ ਭਰ ਗਿਆ। ਤੇ ਸਤਿਗੁਰੂ ਜੀ ਨੇ ਜਿੱਥੇ ਇਸ ਨਾਮ ਨੂੰ ਹਿਰਦੇ 'ਚ ਵਸਾਉਣ ਦੀ ਗੱਲ ਕੀਤੀ ਹੈ ਕਿ ਇਸ ਕਰਕੇ ਅਸੀਂ ਧਨਵਾਨ ਹਾਂ। ਸੰਗਤ ਜੀ, ਸਾਨੂੰ ਇਸ ਗੱਲ ਤੇ ਮਾਣ ਹੋਵੇ, ਬੇਸ਼ੱਕ ਸੰਸਾਰਕ ਤੌਰ ਤੇ ਕਿਸੇ ਕੋਲ ਦੌਲਤ ਬਹੁਤ ਘੱਟ ਹੈ, ਉਹਦੇ ਕੋਲ ਜ਼ਮੀਨ ਜਾਇਦਾਦ ਨਹੀਂ, ਉਹਦੇ ਕੋਲ ਧਨ ਦੌਲਤ ਨਹੀਂ, ਪਰ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵਸਦਾ ਹੈ, ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦਾ ਸਿਮਰਨ ਵਸਦਾ ਹੈ, ਉਹਨਾਂ ਨੂੰ ਇਸ ਦੌਲਤ ਤੋਂ ਵੀ ਉੱਪਰ ਰੱਖਿਆ ਹੈ। ਉਹ ਸੰਸਾਰ ਦੇ ਸਭ ਤੋਂ ਧਨੀ ਮਨੁੱਖ ਨੇ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਇਹ ਨਾਮ ਨਹੀਂ ਵਸਦਾ, ਸਤਿਗੁਰੂ ਜੀ ਉਹਨਾਂ ਦੀ ਵੀ ਗੱਲ ਕਰਦੇ ਨੇ, ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇ ਫਿਰੈ ਬਿਨ ਨਾਵੈ, ਓਏ ਖੱਪ ਖੱਪ ਮੂਏ ਕਰਾਂਝਾ। ਉਹ ਆਪਣੇ ਜੀਵਨ ਨੂੰ ਖੁਆਰ ਕਰਦੇ ਨੇ, ਵਕਾਰਾਂ ਦੇ ਅਧੀਨ ਹੋ ਕੇ ਆਪਣੀ ਜ਼ਿੰਦਗੀ ਨੂੰ, ਇਸ ਅਮੋਲਕ ਖਜ਼ਾਨੇ ਨੂੰ ਖਰਾਬ ਕਰ ਲੈਂਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਚੇਤੇ ਰੱਖਣਾ, ਇਹ ਧਨ ਜਿਨ੍ਹਾਂ ਦੇ ਕੋਲ ਹੈ ਨਾ, ਉਹ ਆਪ ਵੀ ਕੀਮਤੀ ਹੈ ਤੇ ਇਹ ਧਨ ਵੀ ਕੀਮਤੀ ਹੈ। ਜਦੋਂ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਹਰ ਆਪ ਅਮੋਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਅਕਾਲ ਪੁਰਖ ਪਰਮਾਤਮਾ ਆਪ ਅਮੋਲਕ ਹੈ, ਜਿਸ ਦੀ ਕੋਈ ਕੀਮਤ ਨਹੀਂ। ਤੇ ਜਿਹੜਾ ਇਸ ਧਨ ਦੀ ਪ੍ਰਾਪਤੀ ਕਰਦਾ ਹੈ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਇਹ ਧਨ ਵਸ ਜਾਂਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਉਹ ਇਸ ਸੰਸਾਰ ਦੇ ਅੰਦਰ ਧਨਵਾਨ ਹੈ। ਜਿਨ ਕੈ ਪੱਲੇ ਧਨ ਵਸੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਕੋਲ ਬਹੁਤਾ ਧਨ ਹੈ, ਦੌਲਤ ਹੈ, ਪੈਸਾ ਹੈ, ਸ਼ੌਹਰਤ ਹੈ, ਉਹ ਕੀ ਹਨ? ਬੇਸ਼ੱਕ ਉਹਨਾਂ ਕੋਲ ਦੌਲਤ ਤੇ ਧਨ ਤੇ ਸ਼ੌਹਰਤ ਤੇ ਹੈਗੀ ਹੈ, ਸਤਿਗੁਰੂ ਜੀ ਕਹਿੰਦੇ ਤਿਨ ਕਾ ਨਾਉ ਫਕੀਰ। ਫਕੀਰ ਮਤਲਬ ਕੰਗਾਲ। ਜੇਕਰ ਆਤਮਿਕ ਗੁਣ ਹਿਰਦੇ ਵਿੱਚ ਨਹੀਂ ਨਾ, ਪਰਮਾਤਮਾ ਦਾ ਨਾਮ ਹਿਰਦੇ ਵਿੱਚ ਨਹੀਂ ਹੈ, ਕੱਲੀ ਦੌਲਤ ਤੇ ਸ਼ੌਹਰਤ ਹੈ ਸੰਸਾਰਕ ਤੌਰ ਤੇ,
ਪਰ ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਉਹ ਕੰਗਾਲ ਹੈ। ਪਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। हे ਮਾਲਕ ਜੀ, ਜਿਨ ਕੈ ਹਿਰਦੈ ਤੂੰ ਵਸੈ, हे ਪ੍ਰਮਾਤਮਾ, ਜਿਨ੍ਹਾਂ ਦੇ ਹਿਰਦੇ 'ਚ ਤੇਰਾ ਵਾਸਾ ਹੋ ਜਾਂਦਾ ਹੈ, ਤੇ ਨਰ ਗੁਣੀ ਗਹੀਰ। ਅਸਲ ਵਿੱਚ ਉਹ ਮਨੁੱਖ ਇਸ ਸੰਸਾਰ ਤੇ ਸਭ ਤੋਂ ਅਮੀਰ ਤੇ ਧਨਵਾਨ ਨੇ, ਜਿਨ੍ਹਾਂ ਦੇ ਹਿਰਦੇ 'ਚ ਤੇਰਾ ਨਾਮ ਵਸਦਾ ਹੈ। ਇਸ ਕਰਕੇ ਮਾਲਕ ਜੀ ਕਿਰਪਾ ਕਰ ਰਹੇ ਨੇ। ਹਮ ਧਨਵੰਤ, ਸਤਿਗੁਰੂ ਜੀ ਕਹਿੰਦੇ ਮੈਂ ਧਨਵਾਨ ਹੋ ਗਿਆ, ਮੇਰੇ ਕੋਲ ਬਹੁਤ ਧਨ ਆ ਗਿਆ। ਧਨ ਕਿਹੜਾ ਆਇਆ ਹੈ? ਨਾਮ ਦਾ। ਧਨ ਕਿਹੜਾ ਆਇਆ ਹੈ? ਭਗਤੀ ਦਾ। ਕਿਉਂਕਿ ਇਹ ਭਗਤੀ ਦਾ ਖਜ਼ਾਨਾ ਜਿਹੜਾ ਹੈ ਨਾ, ਇਹ ਗੁਰੂ ਕੋਲੋਂ ਮਿਲੇਗਾ। ਹਮ ਧਨਵੰਤ, ਧਨਵਾਨ ਹੋ ਗਏ। ਸਾਡੇ ਕੋਲ ਅਮੋਲਕ ਦਾਤ ਆ ਗਈ, ਅਮੋਲਕ ਖਜ਼ਾਨਾ ਆ ਗਿਆ। ਭਾਗਠ ਸਚ ਨਾਏ, ਭਾਗਠ ਕਹਿੰਦੇ ਹਨ, ਭਾਗਠ ਦਾ ਅਰਥ ਹੈ ਭਾਗਾਂ ਵਾਲੇ। ਧਨਵਾਨ ਤੇ ਹੋਏ ਹੀ ਆ, ਭਾਗਾਂ ਵਾਲੇ ਵੀ ਹੋ ਗਏ, ਕਿਉਂਕਿ ਅਕਾਲ ਪੁਰਖ ਪਰਮਾਤਮਾ ਦਾ ਜੋ ਸੱਚਾ ਨਾਮ ਹੈ, ਸਦੀਵੀ ਹੋਂਦ ਵਾਲਾ ਨਾਮ ਹੈ ਨਾ, ਇਹ ਨਾਮ ਹਿਰਦੇ ਵਿੱਚ ਵਸ ਗਿਆ। ਤੇ ਪਰਮਾਤਮਾ ਦੇ ਕੀਮਤੀ ਸੱਚੇ ਨਾਮ ਨੇ, ਕਾਇਮ ਰਹਿਣ ਵਾਲੇ ਨਾਮ ਨੇ ਮੈਨੂੰ ਭਾਗਾਂ ਵਾਲਾ ਵੀ ਕਰ ਦਿੱਤਾ ਤੇ ਧਨਵਾਨ ਵੀ ਕਰ ਦਿੱਤਾ। ਤੇ ਇਤਿਹਾਸ ਦੀ ਗਵਾਹੀ ਮਿਲਦੀ ਹੈ। ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਵਕਤ ਉਦਾਸੀਆਂ ਤੇ ਜਾਂਦੇ ਨੇ, ਇੱਕ ਤਰਫ ਮਲਕ ਭਾਗੋ ਹੈ ਤੇ ਇੱਕ ਤਰਫ ਭਾਈ ਲਾਲੋ ਹੈ। ਤੇ ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਦਾ ਦਰਵਾਜ਼ਾ ਖੜਕਾਉਂਦੇ ਨੇ, ਜਿਸ ਦੇ ਘਰ ਵਿੱਚ ਜਾਂਦੇ ਨੇ, ਉਹ ਅਮੀਰ ਲਾਲੋ, ਜਿਹੜਾ ਸੱਚਮੁੱਚ ਹਿਰਦੇ ਕਰਕੇ, ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਗੁਣ ਵਸੇ ਹੋਏ ਨੇ ਤੇ ਸੱਚਮੁੱਚ ਧਨਵਾਨ ਹੈ। ਪਰ ਚੇਤੇ ਰੱਖਣਾ, ਜੇ ਆਰਥਿਕ ਪੱਖ ਤੋਂ ਦੇਖਿਆ ਜਾਵੇ ਤਾਂ ਲਾਲੋ ਦੇ ਘਰ 2 ਵਕਤ ਦੀ ਰੋਟੀ ਵੀ ਖਾਣ ਵਾਸਤੇ ਨਹੀਂ ਹੈਗੀ, ਗੁਜ਼ਾਰਾ ਕਰਦਾ ਮਸਾ ਹੁੰਦਾ ਹੈ। ਪਰ ਗੁਰੂ ਨਾਨਕ ਸਾਹਿਬ ਕਿਹਦੇ ਘਰ ਜਾ ਕੇ, ਕਿਹਨਾਂ ਦੇ ਘਰ ਤੋਂ ਪ੍ਰਸ਼ਾਦਾ ਛਕਿਆ, ਕਿਸ ਨੂੰ ਮਾਣ ਦਿੱਤਾ? ਗੁਰੂ ਨਾਨਕ ਸਾਹਿਬ ਲਾਲੋ ਦੇ ਘਰ ਜਾਂਦੇ ਹੈ ਤੇ ਇੱਕ ਪਾਸੇ ਮਲਕ ਭਾਗੋ ਹੈ, ਜਿਹਦੇ ਕੋਲ ਦੌਲਤ ਤੇ ਸ਼ੋਹਰਤ ਦਾ ਕੋਈ ਅੰਤ ਨਹੀਂ, ਜਿਹਦੇ ਕੋਲ ਸੰਸਾਰਕ ਤੌਰ ਤੇ ਮਾਇਆ ਦੀ ਕੋਈ ਘਾਟ ਤੇ ਕੋਈ ਕਮੀ ਨਹੀਂ। ਲੇਕਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਿਆਰ ਕਰਦੇ ਨੇ ਲਾਲੋਂ ਨੂੰ। ਤੇ ਇਸ ਗੱਲ ਨੂੰ ਅਸੀਂ ਸਮਝਣਾ ਹੈ, ਪਰਮਾਤਮਾ ਦਾ ਜਿਹੜਾ ਨਾਮ ਜਦੋਂ ਹਿਰਦੇ 'ਚ ਵਸ ਜਾਂਦਾ ਹੈ ਤਾਂ ਫਿਰ ਅਸੀਂ ਧਨਵਾਨ ਵੀ ਹੋ ਜਾਂਦੇ ਹਾਂ ਅਤੇ ਭਾਗਾਂ ਵਾਲੇ ਵੀ ਹੋ ਜਾਂਦੇ ਹਾਂ। ਹਰ ਗੁਣ ਗਾਵੇਂ ਸਹਿਜ ਸੁਭਾਏ, ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਕਰਕੇ, ਜਦੋਂ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਈ, ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕੀਤੀ, ਜੀਵਨ 'ਚ ਧਾਰਨ ਕੀਤਾ, ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਕਰਕੇ ਜੀਵਨ ਦੇ ਅੰਦਰ ਇੱਕ ਅਵਸਥਾ ਬਣੀ ਹੈ। ਉਹ ਅਵਸਥਾ ਕੀ ਹੈ? ਸਹਿਜ ਸੁਭਾਏ। ਸਹਿਜ ਮਤਲਬ ਆਤਮਕ ਅਡੋਲਤਾ ਵਾਲਾ ਜੀਵਨ ਮਿਲ ਗਿਆ। ਹੁਣ ਮੈਂ ਆਪਣੇ ਜੀਵਨ ਵਿੱਚ ਡੋਲਦਾ ਨਹੀਂ, ਨਾ ਵਿਕਾਰਾਂ ਕਰਕੇ, ਨਾ ਲਾਲਚ ਕਰਕੇ, ਨਾ ਕਿਸੇ ਹੋਰ ਕਾਰਨ ਕਰਕੇ। ਇੱਕ ਜੀਵਨ 'ਚ ਸਹਿਜ ਅਵਸਥਾ ਆ ਗਈ, ਆਤਮਕ ਅਡੋਲਤਾ ਵਾਲਾ ਜੀਵਨ ਮਿਲ ਗਿਆ। ਤੇ ਦੂਸਰੀ ਕਿਰਪਾ ਹੋਈ ਸੁਭਾਏ ਦਾ ਮਤਲਬ ਅਕਾਲ ਪੁਰਖ ਪਰਮਾਤਮਾ ਦੇ ਪ੍ਰੇਮ ਵਿੱਚ ਲਗਨ ਲੱਗ ਗਈ। ਪਹਿਲਾਂ ਲਗਨ ਨਹੀਂ ਸੀ ਲੱਗਦੀ, ਪਹਿਲਾਂ ਪਰਮਾਤਮਾ ਦੇ ਇਸ ਅਮੋਲਕ ਖਜ਼ਾਨੇ ਨੂੰ ਜਦੋਂ ਪੜ੍ਹਨਾ ਹੈ, ਜਦੋਂ ਵਿਚਾਰਨਾ ਹੈ, ਜਦੋਂ ਸੁਣਨਾ ਹੈ ਤੇ ਰਸ ਨਹੀਂ ਸੀ ਆ ਰਿਹਾ, ਆਨੰਦ ਨਹੀਂ ਸੀ ਆ ਰਿਹਾ। ਹੁਣ ਆਤਮਿਕ ਜੀਵਨ ਵੀ ਉਚੇਰਾ ਹੋ ਗਿਆ ਤੇ ਜਿਹੜਾ ਹਿਰਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਕਰਕੇ ਤੇ ਜਪਣ ਕਰਕੇ ਜੀਵਨ ਵਿੱਚ ਪ੍ਰੇਮ ਵੀ ਆ ਗਿਆ। ਜਦੋਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜੇਕਰ ਗੱਲ ਕੀਤੀ ਜਾਵੇ ਕਿ ਅਕਾਲ ਪੁਰਖ ਪਰਮਾਤਮਾ ਨਾਲ ਗੱਲ ਕਰਨੀ ਹੋਵੇ, ਅਕਾਲ ਪੁਰਖ ਪਰਮਾਤਮਾ ਨਾਲ ਸਾਂਝ ਪਾਉਣੀ ਹੋਵੇ ਤੇ ਕਿਹੜੀ ਭਾਸ਼ਾ ਪਰਮਾਤਮਾ ਨੂੰ ਸਮਝ ਆਉਂਦੀ ਹੈ, ਕਿਸ ਭਾਸ਼ਾ ਵਿੱਚ ਪਰਮਾਤਮਾ ਨਾਲ ਗੱਲ ਕੀਤੀ ਜਾਵੇ, ਕਿਹੜੀ ਭਾਸ਼ਾ ਦੀ ਵਰਤੋਂ ਕੀਤੀ ਜਾਵੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਜਪਜੀ ਸਾਹਿਬ ਦੇ ਅੰਦਰ ਹੀ ਦੱਸ ਦਿੱਤਾ, ਭਾਖਿਆ ਭਾਉ ਅਪਾਰ। ਅਕਾਲ ਪੁਰਖ ਪਰਮਾਤਮਾ ਦੇ ਨਾਲ ਜੇ ਗੱਲ ਕਰਨੀ ਹੈ, ਅਕਾਲ ਪੁਰਖ ਪਰਮਾਤਮਾ ਨੂੰ ਦੁਨਿਆਵੀ ਜੋ ਬੋਲੀ ਭਾਸ਼ਾਵਾਂ ਨੇ ਉਹਦੀ ਸਮਝ ਨਹੀਂ,
ਅਕਾਲ ਪੁਰਖ ਪਰਮਾਤਮਾ ਨੂੰ ਇੱਕੋ ਭਾਸ਼ਾ ਆਉਂਦੀ ਹੈ, ਉਹ ਹੈ ਬਹੁਤ ਹੀ ਜ਼ਿਆਦਾ ਪ੍ਰੇਮ ਤੇ ਪਿਆਰ ਵਾਲੀ ਭਾਸ਼ਾ। ਹੁਣ ਸਾਡੇ ਕੋਲ ਤੇ ਜ਼ੁਬਾਨ ਹੈ, ਅਸੀਂ ਤਾਂ ਆਪਣੇ ਦੁੱਖ ਸੁੱਖ ਪਰਮਾਤਮਾ ਦੇ ਕੋਲ ਆ ਕੇ ਜ਼ੁਬਾਨ ਤੋਂ ਬੋਲ ਕੇ ਦੱਸ ਦਿਆਂਗੇ, ਕਹਿ ਦਿਆਂਗੇ। ਜੇਕਰ ਕੋਈ ਸਰੀਰਕ ਰੋਗ ਹੈ, ਡਾਕਟਰ ਨੂੰ ਜਾ ਕੇ ਦੱਸ ਸਕਦੇ ਹਾਂ। ਪਰ ਜੇ ਜਿਨ੍ਹਾਂ ਜੀਵਾਂ ਕੋਲ ਜ਼ੁਬਾਨ ਨਹੀਂ, ਜਿਹੜੇ ਬੋਲ ਨਹੀਂ ਸਕਦੇ, ਉਹਨਾਂ ਨੇ ਆਪਣੀ ਕੋਈ ਗੱਲ ਅਕਾਲ ਪੁਰਖ ਨਾਲ ਕਰਨੀ ਹੋਵੇ ਤਾਂ ਫਿਰ ਤਾਂ ਉਹ ਬੋਲ ਹੀ ਨਹੀਂ ਸਕਦੇ। ਇਸੇ ਕਰਕੇ ਉਹਨਾਂ ਦੇ ਅੰਦਰ ਪ੍ਰੇਮ ਤੇ ਪਿਆਰ ਹੈ। ਅਕਾਲ ਪੁਰਖ ਪਰਮਾਤਮਾ ਪਿਆਰ ਦੀ ਬੋਲੀ, ਪਿਆਰ ਦੀ ਭਾਸ਼ਾ ਨੂੰ ਸਮਝਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਕਾਲ ਪੁਰਖ ਪਰਮਾਤਮਾ ਨੂੰ ਪਾਉਣ ਦਾ ਸੰਬੰਧ ਹੀ ਪ੍ਰੇਮ ਵਿੱਚ ਹੈ, ਪਿਆਰ ਵਿੱਚ ਹੈ। ਜੇ ਉਸ ਪਰਮਾਤਮਾ ਨੂੰ ਪਾਉਣਾ ਹੈ ਨਾ, ਤਾਂ ਹਿਰਦੇ 'ਚ ਪਿਆਰ ਤੇ ਪ੍ਰੇਮ ਤੇ ਧਾਰਨ ਕਰਨਾ ਪੈਣਾ ਹੈ। ਜਿਨ੍ਹਾਂ ਦੇ ਹਿਰਦੇ 'ਚ ਪ੍ਰੇਮ ਪਿਆਰ ਪ੍ਰੀਤ ਪੈਦਾ ਹੋ ਗਈ, ਅਕਾਲ ਪੁਰਖ ਪਰਮਾਤਮਾ ਦੀ ਹੋਂਦ ਪੈਦਾ ਹੋ ਗਈ, ਉਹਨਾਂ ਦਾ ਜੀਵਨ ਐਸਾ ਬਣ ਜਾਂਦਾ ਹੈ, ਉਹ ਐਸੇ ਜੀਵਨ ਵਾਲੇ ਹੋ ਜਾਂਦੇ ਨੇ ਕਿ ਫਿਰ ਆਤਮਿਕ ਤੌਰ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਲਾਲਚ ਦਿੱਤਾ ਜਾਵੇ, ਉਹਨਾਂ ਨੂੰ ਕਿਸੇ ਤਰ੍ਹਾਂ ਦੇ ਲਾਲਚ ਦੇ ਕੇ ਸਮਝਾਉਣ ਦੀ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਉਹ ਕਦੀ ਵੀ ਸਮਝੌਤਾ ਨਹੀਂ ਕਰਦੇ। ਉਹ ਆਪਣੇ ਫੈਸਲੇ ਤੇ ਅਟਲ ਰਹਿੰਦੇ ਨੇ। ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਅਡੋਲ ਅਵਸਥਾ ਵਿੱਚ ਟਿਕੇ ਹੋਏ ਨੇ, ਜਿਸ ਤਰ੍ਹਾਂ ਬਾਬਾ ਫਤਿਹ ਸਿੰਘ, ਜ਼ੋਰਾਵਰ ਸਿੰਘ ਇਸ ਅਵਸਥਾ ਦੇ ਮਾਲਕ ਨੇ। ਕਿੰਨੇ ਤਰ੍ਹਾਂ ਦੇ ਲਾਲਚ ਦਿੱਤੇ ਗਏ, ਕਿੰਨੇ ਤਰ੍ਹਾਂ ਦੇ ਡਰਾਵੇ ਦਿੱਤੇ ਗਏ, ਲੇਕਿਨ ਉਹਨਾਂ ਨੇ ਆਪਣਾ ਫੈਸਲਾ ਨਹੀਂ ਬਦਲਿਆ। ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਜਾਂਦੇ ਨੇ, ਵਜ਼ੀਰ ਖਾਨ ਦੇ ਨਾਲ ਗੱਲ ਕਰਦੇ ਨੇ। ਉਹਨਾਂ ਦੀ ਆਵਾਜ਼ ਵਿੱਚ ਜੋ ਗਰਜ ਹੈ, ਉਹਨਾਂ ਦੇ ਹਿਰਦੇ ਵਿੱਚ ਜੋ ਪਰਮਾਤਮਾ ਅਕਾਲ ਪੁਰਖ ਪਰਮਾਤਮਾ ਤੇ ਪ੍ਰੀਤ ਹੈ, ਭਰੋਸਾ ਹੈ, ਉਸ ਭਰੋਸੇ ਨੂੰ ਜ਼ਾਲਮ ਡਰਾ ਨਹੀਂ ਸਕੇ, ਤੋੜ ਨਹੀਂ ਸਕੇ, ਖਤਮ ਨਹੀਂ ਕਰ ਸਕੇ। ਚੜ੍ਹਦੀ ਕਲਾ ਦੇ ਨਾਲ ਜਵਾਬ ਦਿੰਦੇ ਹੈ। ਸਤਿਗੁਰੂ ਜੀ ਅੱਗੇ ਕਿਰਪਾ ਕਰ ਰਹੇ ਨੇ। ਰਹਾਓ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਇਹ ਜੋ ਕੀਮਤੀ ਖਜ਼ਾਨਾ ਸਾਨੂੰ ਮਿਲਿਆ ਹੈ, ਇਹ ਸਾਡੇ ਵੱਡਿਆਂ ਨੇ, ਸਾਡੇ ਪਿਤਾ ਨੇ, ਸਾਡੇ ਦਾਦੇ ਨੇ ਸਾਨੂੰ ਦਿੱਤਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਸ ਵਿਚਾਰ ਨੂੰ ਸਮਝਣਾ। ਇਹ ਖਜ਼ਾਨਾ ਗੁਰਬਾਣੀ ਰੂਪ ਖਜ਼ਾਨਾ। ਪਿਉ ਦਾਦੇ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ। ਜਿਸ ਵਕਤ ਗੁਰੂ ਨਾਨਕ ਸਾਹਿਬ ਜੀ ਪ੍ਰਚਾਰਕ ਦੌਰਿਆਂ ਤੇ ਜਾ ਕੇ ਪ੍ਰਚਾਰ ਕਰ ਰਹੇ ਨੇ, ਤਾਂ ਉਹਨਾਂ ਨੇ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਵੀ ਆਪਣੇ ਕੋਲ ਲੈ ਕੇ ਇਕੱਠਾ ਕੀਤਾ। ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੀਆਂ ਲਿਖਤਾਂ ਨੂੰ ਲਿਆ। ਭਗਤ ਕਬੀਰ ਜੀ, ਬਾਬਾ ਫਰੀਦ ਜੀ, ਉਹਨਾਂ ਦੀ ਜੋ ਰਚਨਾਵਾਂ ਹਨ ਉਹਨਾਂ ਨੂੰ ਲਿਆ। ਤੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੋਰ ਕਿਰਪਾ ਕੀਤੀ। ਇਸ ਖਜ਼ਾਨੇ ਦੇ ਅੰਦਰ ਇੱਕ ਕੀਮਤੀ ਦਾਤ ਆਪਣੇ ਵੱਲੋਂ ਵੀ ਪਾਈ, ਜਿਸ ਨੂੰ ਜਪਜੀ ਸਾਹਿਬ ਦੀ ਬਾਣੀ ਆਖਦੇ ਹਾਂ। ਇਸ ਖਜ਼ਾਨੇ ਦੇ ਸ਼ਿੰਗਾਰ ਨੇ ਇਹ ਬਾਣੀਆਂ, ਜਪਜੀ ਸਾਹਿਬ ਦੀ ਬਾਣੀ, ਸੁਖਮਨੀ ਸਾਹਿਬ ਦੀ ਬਾਣੀ, ਆਸਾ ਦੀ ਵਾਰ ਦੀ ਬਾਣੀ। ਇੱਕ ਇੱਕ ਪੰਕਤੀ, ਇੱਕ ਇੱਕ ਲਿਖਿਆ ਸ਼ਬਦ ਇਸ ਖਜ਼ਾਨੇ ਦਾ ਸ਼ਿੰਗਾਰ ਹੈ। ਕਿਉਂਕਿ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ ਜੋ ਇਹ ਕੀਮਤੀ ਖਜ਼ਾਨਾ ਮੈਨੂੰ ਪ੍ਰਾਪਤ ਹੋਇਆ, ਮੈਨੂੰ ਮਿਲਿਆ ਹੈ, ਜਦੋਂ ਮੈਂ ਇਹਨੂੰ ਖੋਲ ਕੇ ਦੇਖਿਆ, ਇਸ ਖਜ਼ਾਨੇ ਨੂੰ ਦੇਖਿਆ, ਦੇਖਣ ਦਾ ਅਰਥ ਸਮਝਣਾ, ਦੇਖਣਾ ਮਤਲਬ ਦੇਖਣਾ ਨਹੀਂ। ਜਦੋਂ ਖਜ਼ਾਨੇ ਦੀ ਵਿਚਾਰ ਕੀਤੀ, ਇਹਦੇ ਵਿੱਚ ਕਿੰਨੀਆਂ ਕੀਮਤੀ ਦਾਤਾਂ ਨੇ, ਇਹਦੇ ਵਿੱਚ ਕਿੰਨੀਆਂ ਅਮੋਲਕ ਜਿਹੜੇ ਖਜ਼ਾਨੇ ਦੇ ਵਿੱਚ ਭਰਪੂਰ ਰਤਨ ਪਏ ਹੋਏ ਨੇ, ਜੋ ਸਾਡੀ ਮਤ ਨੂੰ ਉੱਚਾ ਕਰਦੇ ਨੇ, ਸੋ ਜਿਹੜੇ ਸਾਡੇ ਜੀਵਨ ਨੂੰ ਉਚੇਰਾ ਕਰਦੇ ਨੇ। ਇਹ ਜਿਹੜੀ ਵਿਚਾਰ ਗੁਰੂ ਸਾਹਿਬ ਜੀ ਦੇ ਰਹੇ ਨੇ, ਦੇਖਣ ਦਾ ਅਰਥ ਹੈ ਜਦੋਂ ਮੈਂ ਵਿਚਾਰ ਕੀਤੀ, ਆਪਣੇ ਵੱਡੇ ਵਡੇਰਿਆਂ ਦੀ ਇਸ ਬਾਣੀ ਨੂੰ ਸਮਝਿਆ, ਉਹਨਾਂ ਦੇ ਜੀਵਨ ਨੂੰ ਸਮਝਿਆ, ਭਾਵ ਕਿ ਭਗਤ ਕਬੀਰ ਜੀ, ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀ, ਜਦੋਂ ਉਹਨਾਂ ਦੀਆਂ ਰਚਨਾਵਾਂ ਤੇ ਲਿਖਤਾਂ ਨੂੰ ਵਾਚਿਆ ਹੈ, ਜਦੋਂ ਜੀਵਨ 'ਚ ਧਾਰਨ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਪ੍ਰਚਾਰਕ ਦੌਰਿਆਂ ਤੇ ਗਏ, ਜਿੱਥੇ ਵੀ ਸਤਿਗੁਰੂ ਗਏ ਨੇ, ਬੇਸ਼ੱਕ ਸਤਿਗੁਰੂ ਜੀ ਕਈ ਸਮਿਆਂ ਤੱਕ ਜਿਹੜੇ ਵਸਤਰ ਨੇ
ऐसा भी समा आया कि जेड़ा चोला तन ते पाया है उसे नाल प्रचार कर रहे ने। जेड़ी पैर विच कई वार तां शायद पातशाह नूं जोड़ा भी नहीं मिलिया पाउण वास्ते, लेकिन सतगुर जी जिथे भी गए उन्हां कोल दो चीज़ां जरूर होया करदियां सी, आसा हथ किताब कच। एक वो लिखतां, क्योंकि कीमती खजाना इन्हां दी संभाल जरूरी है, ते इस खजाने नूं संभालण दे लई गुरु साहिबानां ने बहुत तरह के यतन कीते ने। इस खजाने नूं संभालण वास्ते सतगुरु जी ने जो ये समा लगाया उसनूं थोड़ा अगे जाके समझांगे कि गुरु साहब जी गुरु नानक साहब प्रचारक दौरियां नूं करदे होए इस कीमती खजाने नूं जिथे इकट्ठा कर रहे ने, ते जिस वक्त भाई लैणा जी नूं गुरु अंगद दे बना के गुरता गद्दी दी बख्शिश कीती, ते जो लिखतां ते जिहड़ा खजाना गुरु नानक साहब जी कोल सी वो गुरु अंगद दे पातशाह जी नूं बख्शिश कर दिता। गुरु अंगद दे पातशाह जी ने अपने सलोकां दे नाल जो उन्होंने सलोक उचारण कीते इस खजाने नूं शिंगारिया। यह खजाना गुरु अमरदास पातशाह जी कोल पहुंचदा है। गुरु अमरदास पातशाह जी नूं 62 साल की उम्र च जाके आनंद की अवस्था प्राप्त हुई। ऐसा आनंद जीवन विच आया, ऐसी बख्शिश प्राप्त हुई कि उन्होंने एक बाणी ही जिहदे अंदर 40 पौड़ियां हन ते ध्यान देना आनंद साहिब की बाणी की रचना कर दी। उस आनंद नूं बयान किया जो उन्होंने 62 साल की उम्र च जाके हासिल किया है। आनंद पाया मेरी माए सतगुरु मैं पाया। ते इस तरीके नाल गुरु अमरदास सच्चे पातशाह ने एक कीमती खजाना गुरु रामदास सच्चे पातशाह नूं भेंट किया। गुरु रामदास पातशाह जी कोलों जदों एक खजाना गुरु अर्जन देव पातशाह जी दे कोल आया, गुरु अर्जन देव पातशाह जी ने खजाने नूं समझिया। ध्यान देना कि उस वक्त एक खजाना पोथी रूप दे विच है, ग्रंथ रूप दे विच नहीं है, क्योंकि धन श्री गुरु ग्रंथ साहिब की संपादना गुरु अर्जन देव पातशाह जी ने की है। एक खजाना लिखतां दे रूप दे विच गुरु अर्जन देव पातशाह जी कोल आया। ना तरतीब है उस वक्त कि केड़ी बाणी पहले अंग ते है केड़ी बाणी दूसरे अंग ते है, इस रूप दे विच नहीं है। जिस वक्त गुरु अर्जन देव पातशाह जी कोल खजाना पहुंचिया ते जदों इस दी कीमत नूं जाणिया समझिया कि यह खजाना बहुत कीमती है, जदों खजाने नूं खोल के वाचिया पढ़िया समझिया ते उन्हां नूं इह समझ आ गई कि यह खजाना संभालण वाला है, कीमती है, ते आउण वाले समय दे अंदर इस खजाने नूं अगे जाके गुरता गद्दी दी बख्शिश भी करनी है। धन श्री गुरु रामदास सच्चे पातशाह जी ने संपादना का काम किया, इस खजाने की संभाल की। जिस वक्त संपादना की है, बाणी का जिहड़ा तत्करा है कि किहड़ा राग कित्थे आएगा, जो असी बाणी का रूप देखते हाँ, पहला राग किहड़ा है, दूसरा राग किहड़ा है, सब तो पहला किस गुरु साहब जी की बाणी आएगी हर राग दे अंदर, फिर किस गुरु साहब जी की बाणी आएगी, किहड़े भगत साहब जी की बाणी नूं किस जगह ते रखना है, ये सारे का सारा कारज धन श्री गुरु अर्जन देव पातशाह जी ने किया है। ते जदों समा आया 1604 दे विच जदों एक कीमती खजाना ग्रंथ रूप दे विच तैयार होया, ते चेते रखना इस खजाने ते किंतु भी होए। दुश्मन नहीं चाहता कि यह खजाना इन्हां दे पास रहे। गुरु अमरदास सच्चे पातशाह दे कोल जिस वक्त महेश दास जिहदा नाम बीरबल है, उहदी जिहड़ी शिकायत लगी अकबर दे दरबार विच, बीरबल कन भरदा है कि इन्हां दे कोल जिहड़ा ग्रंथ है एक ग्रंथ तैयार कर रहे ने, ते उस ग्रंथ दे अंदर जिहड़ा तुहाडा धर्म है इस्लाम धर्म, इहदे बारे गल्लां ठीक नहीं लिखियां, ऐसा कुछ लिखिया है जो धर्म के मुताबिक नहीं है, धर्म की तौहीन है। ते अकबर बादशाह ने महेश दास बीरबल की कही गल नूं सुन के उहदी गल ते यकीन ना करके आप देखना चाहया कि आप जाके देखते हाँ कि जो ग्रंथ है तैयार कर रहे हैं उहदे च लिखिया की है, उहदे च है की है। ते जिस वक्त आप अकबर चल के गुरु अमरदास सच्चे पातशाह जी के पास आउंदा है, ते पातशाह ने जो सिद्धांत दिता, पहले लंगर पाछे संगत दा
ਲੰਗਰ ਛਕਾਇਆ ਗਿਆ, ਪੰਗਤ ਵਿੱਚ ਬਿਠਾ ਕੇ ਉਹ ਮਰਿਆਦਾ ਜਿਹੜੀ ਆ ਉਹ ਭੰਗ ਨਹੀਂ ਕੀਤੀ ਗਈ। ਭਾਵੇਂ ਕੋਈ ਮਹਾਰਾਜਾ ਆਇਆ, ਭਾਵੇਂ ਕੋਈ ਰਾਜਾ ਆਇਆ, ਭਾਵੇਂ ਕੋਈ ਬਾਦਸ਼ਾਹ ਆਇਆ, ਮਰਿਆਦਾ ਬਰਾਬਰ ਹੈ। ਪੰਗਤ ਦੇ ਵਿੱਚ ਬਿਠਾ ਕੇ ਜੋ ਲੰਗਰ ਛਕਾਉਣ ਦੀ ਵਿਧੀ ਹੈ ਉਸੇ ਮੁਤਾਬਕ ਲੰਗਰ ਛਕਾਇਆ ਗਿਆ। ਤੇ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਕੇ ਪੋਥੀ ਸਾਹਿਬ ਪ੍ਰਕਾਸ਼ ਕਰਵਾਈ ਗਈ। ਅਕਬਰ ਕਹਿੰਦਾ ਮੈਂ ਆਪ ਸੁਣਨਾ ਚਾਹੁੰਦਾ ਹਾਂ ਕੀ ਲਿਖਿਆ ਹੈ, ਕਿ ਕਿਸੇ ਸਾਡੇ ਧਰਮ ਦੀ ਕੋਈ ਤੋਹੀਨ ਤਾਂ ਨਹੀਂ, ਕੋਈ ਐਸੇ ਸ਼ਬਦ ਤਾਂ ਨਹੀਂ। ਬਾਬਾ ਬੁੱਢਾ ਸਾਹਿਬ ਜੀ ਨੇ ਪੋਥੀ ਸਾਹਿਬ ਪ੍ਰਕਾਸ਼ ਕੀਤੀ ਤਾਂ ਉਸ ਵਕਤ ਜੋ ਪਾਵਨ ਸ਼ਬਦ ਆਇਆ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਸ਼ਬਦ ਅਕਬਰ ਨੇ ਸੁਣੇ ਤੇ ਅਕਬਰ ਨੇ ਜਦੋਂ ਗੁਰੂ ਘਰ ਦੀ ਮਰਿਆਦਾ ਦੇਖੀ ਉਸ ਦਾ ਮਨ ਖਿੱਚਿਆ ਗਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਪੈਰਾਂ ਦਾ ਚਰਨਾਂ ਦਾ ਭੌਰਾ ਬਣ ਗਿਆ ਤੇ ਆਪਣੇ ਦਿਲ ਦੀ ਵੇਦਨਾ ਨੂੰ ਪ੍ਰਗਟ ਕੀਤਾ ਕਿ ਮੈਂ ਸੁਣਿਆ ਤੇ ਬਹੁਤ ਕੁਝ ਸੀਗਾ, ਲੇਕਿਨ ਇੱਥੇ ਆ ਕੇ ਹਕੀਕਤ ਪਤਾ ਲੱਗੀ ਕਿ ਤੁਸੀਂ ਕਿੰਨੇ ਮਹਾਨ ਕਾਰਜ ਕਰ ਰਹੇ ਹੋ। ਬਿਨਾਂ ਕਿਸੇ ਭੇਦਭਾਵ ਤੇ ਵਿਤਕਰੇ ਤੋਂ ਤੁਸੀਂ ਇਸ ਥਾਂ ਤੇ ਸਭ ਨੂੰ ਇੱਕਸਾਰ ਇੱਕ ਥਾਂ ਤੇ ਬਿਠਾ ਕੇ ਲੰਗਰ ਛਕਾ ਰਹੇ ਹੋ। ਤੇ ਜਦੋਂ ਇਸ ਮਰਿਆਦਾ ਨੂੰ ਅਕਬਰ ਨੇ ਦੇਖਿਆ, ਇੱਛਾ ਪ੍ਰਗਟ ਕੀਤੀ ਕਿ ਮੈਂ ਵੀ ਇਸ ਵਿੱਚ ਕੁਝ ਹਿੱਸਾ ਪਾਉਣਾ ਚਾਹੁੰਦਾ ਹਾਂ, ਮੇਰੀ ਵੀ ਇੱਛਾ ਹੈ ਕਿ ਮੈਂ ਵੀ ਕੁਝ ਹਿੱਸਾ ਪਾਵਾਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕੀ ਹਿੱਸਾ ਪਾਉਂਗੇ? ਕੁਝ ਮੋਹਰਾਂ ਭੇਟ ਕਰਨੀਆਂ ਚਾਹੁੰਦਾ ਹਾਂ, ਕੁਝ ਹੋਰ ਸਮੱਗਰੀ ਵੀ ਦੇਣੀ ਚਾਹੁੰਦਾ ਹਾਂ। ਤੇ ਪਾਤਸ਼ਾਹ ਨੇ ਜਵਾਬ ਦਿੱਤਾ, ਇਹ ਜੋ ਗੁਰੂ ਘਰ ਦਾ ਲੰਗਰ ਹੈ, ਇਹ ਜੋ ਮਰਿਆਦਾ ਹੈ, ਇਸ ਘਰ ਵਿੱਚ 10 ਨੂੰਹਾਂ ਦੀ ਕਿਰਤ ਕਮਾਈ ਜਿਹੜੀ ਹੈ ਉਹੀ ਭੇਟ ਕੀਤੀ ਜਾਂਦੀ ਹੈ। ਅਸੀਂ ਤੁਹਾਡੀ ਇਹ ਭੇਟਾ ਤੇ ਨਹੀਂ ਲੈ ਸਕਦੇ, ਲੇਕਿਨ ਹਾਂ ਇੱਕ ਕੰਮ ਜ਼ਰੂਰ ਤੁਸੀਂ ਕਰ ਸਕਦੇ ਹੋ। ਉਸ ਵਕਤ ਜਿਹੜੀ ਸਤੀ ਪ੍ਰਥਾ ਸੀ ਅਤੇ ਪਰਦਾ ਪ੍ਰਥਾ ਹੈ, ਸਤੀ ਪ੍ਰਥਾ ਹੈ, ਇਸ ਤਰ੍ਹਾਂ ਦੀਆਂ ਜੋ ਪ੍ਰਥਾਵਾਂ ਹਨ ਜਿਨ੍ਹਾਂ ਦੇ ਮੁਤਾਬਕ ਜੇ ਕਿਸੇ ਇਸਤਰੀ ਦਾ ਪਤੀ ਚੜਾਈ ਕਰ ਗਿਆ ਤਾਂ ਫਿਰ ਉਸ ਇਸਤਰੀ ਨੂੰ ਪਤੀ ਦੀ ਚਿਖਾ ਵਿੱਚ ਸੜਨਾ ਪੈਂਦਾ ਸੀ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਮੇਂ ਦੇ ਹਾਕਮ ਨੂੰ ਉਸ ਜਗ੍ਹਾ ਤੇ ਜਦੋਂ ਬੈਠੇ ਦੇਖਿਆ ਤੇ ਸਮਝਿਆ ਕਿ ਇਹਦੇ ਕੋਲ ਇਹ ਕਾਰਜ ਕਰਵਾਇਆ ਜਾ ਸਕਦਾ ਹੈ। ਤੇ ਪਾਤਸ਼ਾਹ ਨੇ ਕਿਹਾ, ਅਕਬਰ ਜੇ ਤੂੰ ਕੰਮ ਕਰਨਾ ਚਾਹੁੰਦਾ ਹੈ, ਇਸ ਮਨੁੱਖਤਾ ਦੇ ਲਈ ਕੁਝ ਕਰਨਾ ਚਾਹੁੰਦਾ ਹੈ, ਤੇ ਇਹ ਜੋ ਸਤੀ ਪ੍ਰਥਾ ਹੈ ਇਸ ਤੇ ਸੰਪੂਰਨ ਤੌਰ ਤੇ ਰੋਕ ਲਗਾ ਦੇ, ਇਸ ਨੂੰ ਸਦੀਵ ਕਾਲ ਲਈ ਬੰਦ ਕਰ ਦੇ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕਹਿਣ ਤੇ ਅਕਬਰ ਨੇ ਇਹ ਹੁਕਮ ਵੀ ਕਰ ਦਿੱਤਾ, ਸੰਗਤ ਜੀ ਇਸ ਕੀਮਤੀ ਖਜ਼ਾਨੇ ਨੂੰ ਸਮੇਂ-ਸਮੇਂ ਸਿਰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਹੈ। ਉਦਾਹਰਨ ਆਪ ਜੀ ਦੇ ਸਾਹਮਣੇ ਮੈਂ ਆਪ ਜੀ ਦੇ ਨਾਲ ਜ਼ਰੂਰ ਸਾਂਝੀ ਕਰਾਂਗਾ। ਜਿਸ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਸੰਪਾਦਨਾ ਕਰ ਰਹੇ ਨੇ, ਉਸ ਵਕਤ ਜਿਨ੍ਹਾਂ ਹੋਰਾਂ ਨੇ ਵੀ ਕੁਝ ਰਚਨਾਵਾਂ ਲਿਖੀਆਂ, ਕਾਨਾ, ਛੱਜੂ, ਪੀਲੂ, ਇਹ ਵੀ ਆ ਕੇ ਬੇਨਤੀ ਕਰਦੇ ਨੇ, ਅਸੀਂ ਕੁਝ ਲਿਖਤਾਂ ਲਿਖੀਆਂ ਨੇ, ਅਸੀਂ ਵੀ ਬਾਣੀ ਲਿਖੀ ਹੈ, ਤੇ ਇੱਕ ਕਿਰਪਾ ਕਰੋ ਕਿ ਜਿਹੜੀ ਤੁਹਾਡੀ ਇਹ ਰਚਨਾ ਹੈ ਇਹਦੇ ਵਿੱਚ ਸਾਡੀ ਵੀ ਰਚਨਾ ਨੂੰ ਦਰਜ ਕਰ ਦਿਓ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ, ਇਹ ਧੁਰ ਕੀ ਬਾਣੀ ਹੈ, ਇਹ ਕੋਈ ਕਿਸੇ ਦੀ ਲਿਖਤ ਜਾਂ ਕੋਈ ਕਲਾਮ ਨਹੀਂ ਕਿ ਕੋਈ ਵੀ ਆਇਆ ਤੇ ਉਹਦੀਆਂ ਲਿਖਤਾਂ ਇਹਦੇ 'ਚ ਦਰਜ ਕਰ ਦਈਏ। ਭਗਤ ਕਬੀਰ ਜੀ ਦੀ ਬਹੁਤ ਸਾਰੀ ਬਾਣੀ ਐਸੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਹੈ। ਬਾਬਾ ਫਰੀਦ ਸਾਹਿਬ ਜੀ ਦੀ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਹੈ। ਭਾਵ ਕਿ ਕੇਵਲ ਉਹੀ ਬਾਣੀ ਸੰਪਾਦਨਾ ਕਰਨ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦਰਜ ਕੀਤੀ ਹੈ ਜਿਹੜੀ ਬਾਣੀ ਗੁਰਮਤ ਆਸ਼ੇ ਅਨੁਸਾਰ ਹੈ, ਜਿਹੜੀ ਬਾਣੀ ਗੁਰਮਤ ਦੇ ਅਨੁਕੂਲ ਹੈ। ਤੇ ਜਿਹੜੇ ਕਾਨਾ, ਪੀਲੂ, ਛੱਜੂ ਜਦੋਂ ਆਏ ਤੇ ਸਤਿਗੁਰ ਨੇ ਇਨਕਾਰ ਕਰ ਦਿੱਤਾ, ਤੁਹਾਡੀਆਂ ਰਚਨਾਵਾਂ ਇਹਦੇ ਵਿੱਚ ਦਰਜ ਨਹੀਂ ਕੀਤੀਆਂ ਜਾ ਸਕਦੀਆਂ, ਇਹ ਬਾਣੀ ਨਹੀਂ। ਹਾਂ, ਇਹ ਕਵਿਤਾਵਾਂ ਦਾ ਇੱਕ ਰੂਪ ਹੋ ਸਕਦਾ ਹੈ, ਕਵਿਤਾਵਾਂ ਹਨ। ਤੇ ਜਿਸ ਵਕਤ ਪਾਤਸ਼ਾਹ ਨੇ ਇਨਕਾਰ ਕੀਤਾ ਹੈ, ਇਸੇ ਕਾਰਨ ਕਰਕੇ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਵਿੱਚ ਬੀਰਬਲ ਦਾ ਹੱਥ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਵਿੱਚ ਸ਼ੇਖ ਅਹਿਮਦ ਸਰਹੱਦੀ ਦਾ ਹੱਥ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਵਿੱਚ ਚੰਦੂ ਦਾ ਹੱਥ ਹੈ, ਪ੍ਰਿਥੀ ਚੰਦ ਦਾ ਹੱਥ ਹੈ, ਉੱਥੇ
काना पीलू छज्जू भी गुरु अर्जन देव पातशाह जी के खिलाफ खड़े ने। वो भी चाहते ने कि शहीद हो जाण, कारण कि साडियां लिखतां नूं इन्हां ने अपने ग्रंथ विच दर्ज करन तो इनकार कर दिता है। धन श्री गुरु अर्जन देव पातशाह जी नूं धन श्री गुरु ग्रंथ साहिब जी दे रूप दे विच एक खजाना देण दी बदले कीमत चुकानी पई। ते यही कारण सी धन श्री गुरु अर्जन देव पातशाह जी नूं यासा दे कानून दे तहत तत्ती तवी ते बिठा के गरम रेत सीस विच पा के शहीद कर दिता जाता है, क्योंकि धन श्री गुरु अर्जन देव पातशाह जी ने ओ कार्ज कर दिता। 1604 दे विच दरबार साहब की रचना हुई ਅਤੇ दरबार साहब की रचना के अंदर धन श्री गुरु ग्रंथ साहिब जी की बाणी का जो पहला प्रकाश किया गया है, उस वक्त कईयां दे हिरदे वलुंदरे गए। क्योंकि बाणी की सिखाउंदी है, एको है भाई एको है, साहिब मेरा एको है। इस विचों आवाज आउंदी है, कोई बोले राम राम, कोई खुदाए, कोई सेवे गुसाइया, कोई अल्लाह। ये सब नूं एक करन दी गल करदी है, ये भेद भाव खत्म करन दी गल करदी है। ते उन्हां नूं किवें मंजूर हो सकदा है जिन्हां दे हिरदे पाप नाल भरे होण। इसे करके वख-वख समयां दे अंदर इस खजाने नूं मटाउण ते खत्म करन दे यतन भी कीते, बाहर वालियां ने ते कीते ही, अपणियां ने भी घट नहीं कीती। ते जदों इतिहास दा पक्ष लैने आ, इस खजाने दी संभाल वास्ते सतगुरु जी ने एक नुकता अपनाया। हर शब्द की समाप्ति ते सतगुरु जी ने अंक दर्ज किए, नंबर दर्ज किए। नंबर का अर्थ की है, जदों आप जी एक शब्द की समाप्ति ते पिछे लिखे अंक देखते हो, सतगुरु जी ने गुरु ग्रंथ साहिब जी की बाणी नूं लॉक कर दिता, ताला मार दिता। ताला भी ऐसा मारिया कि आने वाले समय अंदर रहिंदी दुनिया विच ना धन श्री गुरु ग्रंथ साहिब जी की बाणी चों कोई एक शब्द बाहर कढ़ सकता है, ते ना धन श्री गुरु ग्रंथ साहिब जी की बाणी दे अंदर एक शब्द अपना कोई दर्ज कर सकता है। इस विधि नाल गुरु ग्रंथ साहिब जी रूपी इस खजाने नूं ताला भी लगा दिता। ते ताला लगाउण तो बाद जदों असीं मुंदावणी पढ़दे हां, सतगुरु जी ने एक मोहर लगा दिती ते आपां पढ़दे हां, थाल विच तिन वस्तु पईओ, सत संतोख विचारो, अमृत नाम ठाकुर का पयो, जिसका सबस आधारो, जे को खावे जे को पुंचै, तिसका होए उधारो। ए वस्त तजी नह जाई, नित नित रख उर धारो। सतगुरु जी ने खजाना सानू बख्श दिता, पर इस खजाने नू तैयार करन तो लैके, संभालण तो लैके, इस खजाने नू संभालण दे बदले शहादतां ते कुर्बानियां होईयां। 1604 तक खजाने की संभाल ते काम होया, ते जदों इस खजाने की संपूर्णता करके प्रकाश कर दिता गया, गुरु अर्जन देव पातशाह जी दे मन विच ख्याल पैदा हुंदा है, ये कीमती खजाना ते है बड़ा कीमती, लेकिन कीमती खजाने की संभाल वास्ते भी तो कोई कीमती होना चाहिए जो इसनू संगतां तक पहुंचा सके, जो वंडण की सेवा कर सके। ते संगत जी कई रातां तक गुरु अर्जन देव पातशाह जी नू आराम नहीं सी मिलिया। इस कीमती खजाने की संभाल सेवा किसनू बख्शी जावे, कदी किसे वाल सुरत जाती है, कदी किसे वाल ध्यान जाता है। लेकिन जिस वक्त धन श्री गुरु अर्जन देव पातशाह जी की निगाह बाबा बुढ़ा साहब वाल गई, इस कीमती खजाने की संभाल की सेवा बाबा बुढ़ा साहब जी की जिम्मे आउंदी है, क्योंकि बाबा बुढ़ा साहब वो शख्सियत ने जिन्हां ने गुरु अंगद देव पातशाह जी तो लैके गुरु अर्जन देव पातशाह जी तक अते गुरु हरगोबिंद साहब जी तक सेवावां निभाईयां, जिन्हां ने गुरु अर्जन साहब जी तो दे दर्शन किते, गुरु अमरदास सच्चे पातशाह जी का भी आनंद माणिया, गुरु अंगद देव पातशाह जी की शख्सियत नूं भी तकिया, पहले गुरु साहब जी तो लैके 6 गुरु साहबान तक। ते बाबा बुढ़ा साहब जी वो शख्सियत ने जिथे बाणी की संभाल की, जिथे उन्होंने दरबार साहब दे हैड ग्रंथी वजों सेवा निभाई, ते उत्थे एक होर सेवा जिस वक्त
गुरु हरगोबिंद साहब महाराज का प्रकाश हुंदा ते थोड़े वडेरे होए। गुरु हरगोबिंद साहब जी नूं जो शस्त्रां दी विद्या है, घोड़सवारी दी विद्या है, नेजे दी विद्या, इस पास्यों भी तैयार करने वाले बाबा बुड्ढा साहब ने। ते ये सेवा किसने दिती? गुरु अर्जन देव पातशाह जी ने आप किरपा करके कि मेरे पुੱਤ ਨੂੰ ਤੁਸੀਂ हर काम विच माहर करना है, जिथे बाणी दे प्यार विच इन्हां नूं जोड़ना है। हुण समा कुछ होर मंग रहा है। गुरु अर्जन देव पातशाह जी की दूर अंदेशी है। उन्हां नूं पता सी आउण वाला समा जिहड़ा है वो निमरता वाला, निमरता दे नाल नाल शस्त्र की भी लोड़ है, निमरता दे नाल नाल शस्त्र भी धारण करना जरूरी है। इसे वास्ते वो सब तैयारी जिहड़ी है करवाई गई ते बाबा बुड्ढा साहब ने आप गुरु हरगोबिंद साहब जी नूं इसलिए तैयार किया। ते आपां इतिहास पढ़ते हाँ, धन श्री गुरु हरगोबिंद साहब पातशाह ने अपने जीवन के अंदर 4 जंगां लड़ियां। 4 जंगां लड़ते ने गुरु हरगोबिंद सच्चे पातशाह। ये सब इस खजाने की बदौलत है। इस खजाने नूं संभाल के साडे तक पहुँचाया। बाबा बुड्ढा साहब जी नूं जिम्मेवारी दिती गई ते सतगुरु जी कहंदे इह खजाने नूं सिखो संभाल लेना। इस खजाने की संभाल किवें होएगी? जिवें गुरु अर्जन देव पातशाह जी कहंदे जदों खजाने नूं मैं पढ़िया समझिया, गुरु साहिबाना दे जीवन नूं समझिया, इस खजाने की संभाल यह है कि जदों गुरबाणी दे शब्दां नूं आपां पढ़ना है ते गुरबाणी दे शब्दां नूं पढ़ के हिरदे च वसाउणा है। गुरबाणी दे एक एक अखर नूं बचन नूं कमाउणा है। जदों गुरु का सिख गुरबाणी दे एक एक अखर की कमाई कर लग पेगा तां इस कीमती खजाने की यही संभाल है। छोटी जी उदाहरण दे नाल सांझ पावांगा। एक बच्चा स्कूल विच जांदा है, उस नूं पढ़न लई कुछ किताबां अध्यापक साहिबान दिंदे ने। वो बच्चा केवल किताबां नूं मत्था ही नहीं टेकदा, नमस्कारा नहीं करदा, सत्कार करदा है जिस तरह सारे करते ने कि यह विद्या है। इसे तरह सत्कार दे नाल नाल जे बच्चा उस किताब नूं खोल के पढ़ेगा ही नहीं, समझेगा ही नहीं, उहदे तो ज्ञान ही नहीं लेगा कि वह बच्चा अपने जीवन के अंदर उस मुकाम ते पहुँच सकेगा जिहड़ा मुकाम वो हासिल करना चाहुंदा है। ते जे संसारक तौर ते एक दुनियावी किताब नूं पढ़न तो बगैर मनुख ज्ञान हासिल नहीं कर सकदा ते सतगुरु जी कहना चाहुंदे ने सिखा धन श्री गुरु ग्रंथ साहिब जी की बाणी नूं पढ़े बगैर भी तेरा गुजारा नहीं। सो संगत जी, सतगुरु जी ने कृपा की है कि इस बाणी की असी संभाल करनी आ। ता मेरा मन भया निधाना। जदों इस खजाने नूं खोलिया ते देखिया तां मेरे मन दे विच भी कीमती ये निधान खजाना, ये गुण रूपी निधान खजाने पैदा हो गए। मत विच रतन जवाहर माणिक जे एक गुर की सिख सुनी। साडे मत विच ना कीमती रतन पए होए ने, साडी मत दे विच कीमती जवाहरात पए होए ने, पर वो गुण रूपी जवाहरात साडे अंदर है। पर मिलणगे किवें? जदों गुरु की एक सिੱਖਿਆ नूं असी जीवन च धारण करांगे, गुरु की एक सिੱਖਿਆ की कमाई करांगे। रतन लाल जाका कछू ना मोल। ये जेड़े कीमती गुण रूपी रतन ने, ये जेड़े कीमती लाल ने, सतगुरु जी कहंदे इन्हां दी कोई कीमत नहीं है, किसी कीमत ते खरीदे नहीं जा सकते, इन्हां दी कोई कीमत नहीं लगा सकता। संसारक तौर ते असी जे कुछ खरीदना है, असी कहने आ जी इहदे दसो की कीमत है, इहदे किन्ने पैसे देने पैणगे, पर इन्हां रत्नां दी, इन्हां लालां दी, इन्हां गुणां दी कोई कीमत नहीं है। ते हुण असी गल करांगे जिन्हां दे कोल इह रतन, जिन्हां दे कोल इन्हां रत्नां दी कमाई सी, उन्हां प्यारे गुरसिखां ने इन्हां रत्नां दी कमाई करके उन्हां दे जीवन किस तरह बदले। मती दास इन्हां रत्नां दी कमाई करदे ने ते सिर ते आरा तरवा लेंदे है। सती दास जी इन्हां रत्नां दी कमाई करदे ने ते इन्हां रत्नां दी कमाई, क्योंकि लालच बड़े तरह के दिते गए, बहुत तरह के डरावे भी दिते गए, पर गुरु के सिखां ने इको गल कही कि असी अकाल पुरख परमात्मा दे हुक्म विच आ, उन्हां दे अंदर
ਅਕਾਲ ਪੁਰਖ ਪਰਮਾਤਮਾ ਨੂੰ ਜਪਣ ਕਰਕੇ, ਜਪਜੀ ਸਾਹਿਬ ਦੀ ਬਾਣੀ ਦੇ ਸਿਧਾਂਤ ਹੋਣ ਕਰਕੇ, ਉਹਨਾਂ ਦੇ ਕੋਲ ਸੁਖਮਨੀ ਸਾਹਿਬ ਦੀ ਬਾਣੀ ਦੇ ਸਿਧਾਂਤ ਹੋਣ ਕਰਕੇ ਜੀਵਨ ਉਹਨਾਂ ਦੇ ਚੜ੍ਹਦੀ ਕਲਾ ਵਿੱਚ ਨੇ। ਬਾਣੀ ਪੜ੍ਹਦੇ ਨੇ, ਬਾਣੀ ਦੇ ਧਾਰਨੀ ਨੇ। ਤੇ ਇਸੇ ਕਾਰਨ ਕਰਕੇ ਜਿਸ ਵਕਤ ਆਰਾ ਚੱਲਦਾ ਹੈ ਤੇ ਮਤੀ ਦਾਸ ਜੀ ਚੜ੍ਹਦੀ ਕਲਾ ਵਿੱਚ ਨੇ, ਜਿਸ ਵਕਤ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਗਾਈ ਜਾਂਦੀ ਹੈ, ਸਤੀ ਦਾਸ ਜੀ ਉਸ ਵਕਤ ਚੜ੍ਹਦੀ ਕਲਾ ਵਿੱਚ ਨੇ। ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਜਾਂਦਾ ਹੈ, ਚੜ੍ਹਦੀ ਕਲਾ ਵਿੱਚ ਨੇ, ਕਿਉਂਕਿ ਕੀਮਤੀ ਰਤਨਾ ਦੇ ਕਰਕੇ ਉਹਨਾਂ ਦਾ ਜੀਵਨ ਵੀ ਰਤਨਾ ਵਰਗਾ ਕੀਮਤੀ ਹੋ ਗਿਆ। ਤੇ ਸੰਸਾਰਕ ਤੌਰ ਤੇ ਉਹਨਾਂ ਨੇ ਖਰੀਦਣਾ ਚਾਹਿਆ, ਮਨਾਉਣਾ ਚਾਹਿਆ, ਪਰ ਉਹਨਾਂ ਨੇ ਕਿਸੇ ਵੀ ਕੀਮਤ ਤੇ ਧਰਮ ਨੂੰ ਛੱਡਣ ਤੋਂ ਨਾ ਕਰ ਦਿੱਤੀ। ਉਹਨਾਂ ਨੇ ਗੁਰਸਿੱਖੀ ਕਮਾਈ ਹੈ ਤੇ ਇਸ ਕਮਾਈ ਨੂੰ ਸਾਰੇ ਨਹੀਂ ਕਰਦੇ, ਇਸ ਕਮਾਈ ਨੂੰ ਵਿਰਲੇ ਕਰਦੇ ਨੇ। ਭਰੇ ਭੰਡਾਰ ਅਖੂਟ ਅਤੋਲ, ਸਤਿਗੁਰ ਜੀ ਕਿਰਪਾ ਕਰੇ ਨੇ। ਇਹ ਜਿਹੜੇ ਨਾਮ ਦੇ ਭੰਡਾਰ ਨੇ, ਖਜ਼ਾਨੇ ਨੇ ਨਾ ਗੁਣਾਂ ਦੇ, ਸਤਿਗੁਰ ਜੀ ਕਹਿੰਦੇ ਇਹ ਖਜ਼ਾਨੇ ਦਾ ਭੰਡਾਰ ਕਦੀ ਮੁੱਕੇਗਾ ਨਹੀਂ। ਅਖੂਟ ਦਾ ਅਰਥ ਹੁੰਦਾ ਹੈ ਨਾ ਮੁੱਕਣ ਵਾਲਾ। ਅਤੋਲ, ਜੋ ਤੋਲਿਆ ਨਹੀਂ ਜਾ ਸਕਦਾ, ਜਿਸ ਦੇ ਬਰਾਬਰ ਦਾ ਕੋਈ ਹੋਰ ਨਹੀਂ ਹੋ ਸਕਦਾ, ਜੋ ਕਦੀ ਮੁੱਕੇਗਾ ਹੀ ਨਹੀਂ, ਜੋ ਕਦੀ ਘਟੇਗਾ ਨਹੀਂ। ਤੇ ਅਸੀਂ ਜਪਜੀ ਸਾਹਿਬ ਚ ਪੜ੍ਹਦੇ ਹਾਂ ਬਾਣੀ ਦੇ ਵਿੱਚ, ਸਤਿਗੁਰੂ ਜੀ ਕਿਰਪਾ ਕਰਦੇ ਨੇ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਜਿੱਥੇ ਸੰਸਾਰਕ ਤੌਰ ਤੇ ਪਰਮਾਤਮਾ ਦੀਆਂ ਦਾਤਾਂ ਵਿੱਚ ਕਦੀ ਘਾਟਾਂ ਨਹੀਂ ਪੈਂਦੀਆਂ, ਉੱਥੇ ਇਸ ਨਾਮ ਦੇ ਕੀਮਤੀ ਰਤਨਾਂ ਵਿੱਚ ਵੀ ਘਾਟਾਂ ਨਹੀਂ ਪੈਂਦੀਆਂ ਤੇ ਇਹਨਾਂ ਦੀ ਕੋਈ ਕੀਮਤ ਨਹੀਂ ਦੇ ਸਕਦਾ। ਉਦਾਹਰਨ ਦੇ ਲਈ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਨ ਦੇ ਸਾਹਮਣੇ ਨੇ। ਵਜ਼ੀਰ ਖਾਨ ਇੱਕ ਪਾਸੇ ਹੈ, ਸਾਹਿਬਜ਼ਾਦੇ ਇੱਕ ਪਾਸੇ ਨੇ ਤੇ ਗੰਗੂ ਇੱਕ ਪਾਸੇ ਹੈ। ਦੌਲਤ ਤੇ ਸ਼ੋਹਰਤ ਵਿੱਚ ਵਜ਼ੀਰ ਖਾਨ ਬਹੁਤ ਵੱਡਾ ਹੈ, ਲੇਕਿਨ ਉਹਦੇ ਕੋਲ ਇਹ ਕੀਮਤੀ ਦੌਲਤ ਨਹੀਂ ਹੈਗੀ ਜਿਹੜੀ ਸਾਹਿਬਜ਼ਾਦਿਆਂ ਕੋਲ ਹੈ। ਇਸ ਕੀਮਤੀ ਦੌਲਤ ਕਰਕੇ, ਇਸ ਕੀਮਤੀ ਖਜ਼ਾਨੇ ਕਰਕੇ ਜਦੋਂ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਵਜ਼ੀਰ ਖਾਨ ਦੇ ਸਾਹਮਣੇ ਆਉਂਦੇ ਨੇ, ਵਜ਼ੀਰ ਖਾਨ ਡਰਨ ਲੱਗ ਪੈਂਦਾ ਹੈ। ਡਰਦਾ ਕਿਉਂ ਹੈ? ਵਜ਼ੀਰ ਖਾਨ ਨੇ ਇੱਕ ਗੱਲ ਕਹੀ। ਵਜ਼ੀਰ ਖਾਨ ਕਹਿੰਦਾ, ਜਦੋਂ ਇਹ ਸਾਹਿਬਜ਼ਾਦੇ ਮੇਰੀ ਕਚਹਿਰੀ ਵਿੱਚ ਆਉਂਦੇ ਨੇ, ਜਦੋਂ ਮੈਂ ਇਹਨਾਂ ਨੂੰ ਦੇਖਦਾ ਤੇ ਤੱਕਦਾ, ਮੈਨੂੰ ਇਹਨਾਂ ਦੇ ਵਿੱਚ ਇਹ ਸਾਹਿਬਜ਼ਾਦੇ ਨਹੀਂ, ਇਹਨਾਂ ਵਿੱਚ ਇਹਨਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਦਿਖਾਈ ਦਿੰਦਾ ਹੈ। ਇਹਨਾਂ ਦੇ ਖਿਆਲ, ਇਹਨਾਂ ਦੀ ਸੋਚ। ਵਜ਼ੀਰ ਖਾਨ ਡਰਦਾ ਹੈ ਉਹਨਾਂ ਦੀ ਸੋਚ ਤੋਂ, ਲਾਲਚ ਦਿੰਦਾ ਹੈ। ਇੱਥੋਂ ਤੱਕ ਸਾਹਿਬਜ਼ਾਦੇ ਨੂੰ ਲਾਲਚ ਦਿੱਤੇ ਗਏ, ਦੇਖੋ ਤੁਸੀਂ ਧਰਮ ਛੱਡ ਦਿਓ, ਈਨ ਮੰਨ ਲਓ, ਤੇ ਇਸ ਦੇ ਬਦਲੇ ਵਿੱਚ ਜੇ ਤੁਸੀਂ ਧਰਮ ਛੱਡ ਦੋਗੇ, ਈਨ ਮੰਨ ਲਵੋਗੇ ਨਾ, ਤਾਂ ਇਸ ਦੇ ਬਦਲੇ ਵਿੱਚ ਤੁਸੀਂ ਜੋ ਮੰਗੋਗੇ ਤੁਹਾਨੂੰ ਦਿੱਤਾ ਜਾਏਗਾ। ਸ਼ੌਹਰਤ ਦਿੱਤੀ ਜਾਏਗੀ, ਦੌਲਤ ਦਿੱਤੀ ਜਾਏਗੀ। ਇੱਥੋਂ ਤੱਕ ਕਿਹਾ ਗਿਆ ਕਿ ਅਸੀਂ ਆਪਣੀਆਂ ਧੀਆਂ ਦੇ ਡੋਲੇ ਤੱਕ ਦੇ ਦਿਆਂਗੇ, ਤੁਹਾਡੇ ਨਾਲ ਆਪਣੀਆਂ ਬੱਚੀਆਂ ਦੇ ਨਿਕਾਹ ਤੱਕ ਕਰ ਦਿਆਂਗੇ। ਪਰ ਸਾਹਿਬਜ਼ਾਦਿਆਂ ਕੋਲ ਕੀਮਤੀ ਖਜ਼ਾਨਾ ਹੈ। ਜਿਸ ਵਕਤ ਸਾਹਿਬਜ਼ਾਦੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਆਉਂਦੇ ਨੇ, ਗੱਜ ਕੇ ਫਤਿਹ ਬੁਲਾਉਂਦੇ ਨੇ, ਵਜ਼ੀਰ ਖਾਨ ਡਰਦਾ ਤੇ ਕੰਬਦਾ ਹੈ। ਗੰਗੂ ਨੇ ਮੋਹਰਾਂ ਦਾ ਲਾਲਚ ਕੀਤਾ, ਲਾਲਚ ਵਿੱਚ ਆ ਕੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕਰਵਾਇਆ। ਅੱਜ ਜਦੋਂ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ ਮੋਹਰਾਂ ਦੇ ਲਾਲਚ ਵਿੱਚ ਆ ਕੇ ਮੋਹਰਾਂ ਲੈਣ ਵਾਸਤੇ, ਇਨਾਮ ਲੈਣ ਵਾਸਤੇ ਵੀ ਪਹੁੰਚਦਾ ਹੈ, ਸਾਹਿਬਜ਼ਾਦੇ ਜਦੋਂ ਵਾਪਸ ਕਚਹਿਰੀ ਚੋਂ ਠੰਡੇ ਬੁਰਜ ਵੱਲ ਜਾਂਦੇ ਨੇ, ਅੱਜ ਗੰਗੂ ਆਪਣੀਆਂ ਅੱਖਾਂ ਨੂੰ ਨੀਵਾਂ ਕਰ ਲੈਂਦਾ ਹੈ। ਅੱਖਾਂ ਝੁਕ ਗਈਆਂ, ਸਾਹਿਬਜ਼ਾਦਿਆਂ ਨੂੰ ਵੇਖ ਨਹੀਂ ਪਾ ਰਿਹਾ, ਕਿਉਂਕਿ ਹਿਰਦਾ ਜਿਹੜਾ ਕਪਟ ਤੇ ਧੋਖੇ ਨਾਲ ਭਰਿਆ ਹੋਇਆ। ਸਾਹਿਬਜ਼ਾਦੇ ਉਮਰ 'ਚ ਛੋਟੇ ਨੇ, ਸਾਹਿਬਜ਼ਾਦਿਆਂ ਕੋਲ ਇੱਕੋ ਦੌਲਤ ਹੈ, ਉਹ ਹੈ ਨਾਮ ਦੀ, ਉਹ ਹੈ ਜਪਜੀ ਸਾਹਿਬ ਦੀ। ਤੇ ਜਿਸ ਵਕਤ ਨੀਹਾਂ 'ਚ ਖੜਾ ਕੀਤਾ ਜਾਂਦਾ ਹੈ ਨਾ, ਉਸ ਵਕਤ ਵੀ ਕਾਜ਼ੀ ਕਹਿੰਦੇ ਨੇ ਗੱਲ ਮੰਨ ਲਓ, ਅਜੇ ਵੀ ਤੁਹਾਡੇ ਕੋਲ ਸਮਾਂ ਹੈ। ਤੇ ਸਾਹਿਬਜ਼ਾਦੇ ਕਹਿੰਦੇ ਨਹੀਂ, ਤੁਸੀਂ ਜੋ ਕਰਨਾ ਹੈ ਕਰੋ, ਅਸੀਂ ਅਕਾਲ ਪੁਰਖ ਦੇ ਹੁਕਮ ਵਿੱਚ ਆ। ਤੇ ਉਸ ਵਕਤ ਸੰਗਤ ਜੀ ਸਾਹਿਬਜ਼ਾਦਿਆਂ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਹੈ, ਜਪਜੀ ਸਾਹਿਬ ਦੀਆਂ ਪੰਕਤੀਆਂ ਪੜੀਆਂ ਨੇ। ਤੇ ਜਿਸ ਵਕਤ ਨੀਹਾਂ ਚਿਣੀਆਂ ਜਾ ਰਹੀਆਂ ਨੇ, ਛਾਤੀ ਤੱਕ ਆਈਆਂ,
ਸਾਹ ਕੁੱਟੇ ਜਾ ਚੁੱਕੇ ਨੇ। ਉਸ ਵਕਤ ਵੀ ਸਾਹਿਬਜ਼ਾਦੇ ਪਾਠ ਕਰਦੇ ਹੋਏ ਗਾ ਰਹੇ ਨੇ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਖਜ਼ਾਨਾ ਉਹਨਾਂ ਕੋਲ ਸੀ, ਇਸੇ ਕਰਕੇ ਉਹ ਆਤਮਿਕ ਜੀਵਨ ਦੇ ਤੌਰ ਤੇ ਡੋਲੇ ਤੇ ਘਬਰਾਏ ਨਹੀਂ। ਸ਼ਹਾਦਤ ਦਾ ਜਾਮ ਪੀ ਗਏ। ਖਾਵੈਂ ਖਰਚੈਂ ਰਲ ਮਿਲ ਪਾਈ। ਸਤਿਗੁਰੂ ਜੀ ਕਹਿੰਦੇ ਇਸ ਖਜ਼ਾਨੇ ਨੂੰ ਤੁਸੀਂ ਸਭ ਨੇ ਮਿਲ ਕੇ ਇਸ ਦੀ ਵਰਤੋਂ ਕਰਨੀ ਹੈ ਆਪਣੇ ਜੀਵਨ ਦੇ ਅੰਦਰ। ਜਿੰਨਾ ਕੋਈ ਇਸ ਨੂੰ ਖਾਵੇਗਾ, ਖਾਣ ਦਾ ਮਤਲਬ ਕੀ ਹੈ? ਬਾਣੀ ਨੂੰ ਗ੍ਰਹਿਣ ਕਰੇਗਾ, ਬਾਣੀ ਨੂੰ ਜੀਵਨ 'ਚ ਧਾਰਨ ਕਰੇਗਾ। ਧਾਰਨ ਕਰਨ ਤੋਂ ਬਾਅਦ ਇਸ ਨੂੰ ਵਰਤਾਏਗਾ, ਵਰਤੇਗਾ। ਜਦੋਂ ਸਾਰੇ ਮਿਲ ਕੇ ਇਸ ਬਾਣੀ ਦੀ ਵਿਚਾਰ ਆਪ ਵੀ ਕਰਨਗੇ ਤੇ ਹੋਰਾਂ ਨੂੰ ਵੀ ਪ੍ਰੇਰਣਾ ਦੇਣਗੇ, ਤੇ ਸਤਿਗੁਰੂ ਜੀ ਕਹਿੰਦੇ ਇਸ ਖਜ਼ਾਨੇ ਦੀ ਵਡਿਆਈ ਹੈ, ਟੋਟ ਨਾ ਆਵੇ ਵੱਧਦੋਂ ਜਾਈ। ਇਹ ਘਟੇਗਾ ਨਹੀਂ, ਇਸ ਵਿੱਚ ਵਾਧਾ ਜ਼ਰੂਰ ਹੁੰਦਾ ਜਾਏਗਾ। ਇਹ ਖਜ਼ਾਨਾ ਵਾਧਾ ਜਾਏਗਾ। ਜਿਵੇਂ ਜਿਵੇਂ ਇਸ ਨੂੰ ਜਪਾਂਗੇ, ਜਿਵੇਂ ਜਿਵੇਂ ਇਸ ਨੂੰ ਧਾਰਨ ਕਰਾਂਗੇ, ਗੁਣਾਂ ਵਿੱਚ ਵਾਧਾ ਹੋਏਗਾ। ਅਕਾਲ ਪੁਰਖ ਪ੍ਰਮਾਤਮਾ ਦੇ ਗੁਣ ਹੋਰ ਜ਼ਿਆਦਾ ਵੱਧ ਜਾਣਗੇ। ਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਜਿਸ ਨੇ ਆਪਣੇ ਭਾਗਾਂ ਦੇ ਵਿੱਚ, ਆਪਣੀ ਕਿਸਮਤ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੀ ਬਖਸ਼ਿਸ਼ ਦਾ ਲੇਖ ਲਿਖਵਾ ਲਿਆ। ਲੇਖ ਲਿਖਵਾਉਣ ਦਾ ਮਤਲਬ ਜਿਨ੍ਹਾਂ ਨੇ ਇਸ ਖਜ਼ਾਨੇ ਨੂੰ ਸੰਭਾਲਿਆ, ਜਿਨ੍ਹਾਂ ਨੇ ਇਸ ਖਜ਼ਾਨੇ ਨੂੰ ਜੀਵਨ 'ਚ ਧਾਰਨ ਕਰ ਲਿਆ, ਤੇ ਸਮਝੋ ਉਹਨਾਂ ਨੇ ਆਪਣੇ ਲੇਖ ਬਣਾ ਲਏ। ਉਹਨਾਂ ਦੇ ਲੇਖ ਬਣ ਗਏ। ਬੱਚੇ ਦੇ ਲੇਖ ਬਣੇ ਪੜ੍ਹਾਈ ਕਰਕੇ। ਜੇਕਰ ਉਹ ਪੜ੍ਹਾਈ ਨਹੀਂ ਕਰੇਗਾ, ਉਹਦਾ ਲੇਖ ਨਹੀਂ ਬਣੇਗਾ। ਤੇ ਸਾਡਾ ਭਾਗ, ਸਾਡੇ ਭਾਗ ਕਿਵੇਂ ਬਣਨਗੇ? ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਗੁਰਬਾਣੀ ਸੁਣ ਰਹੇ ਹਾਂ, ਬਾਣੀ ਗਾ ਰਹੇ ਹਾਂ, ਪੜ੍ਹ ਰਹੇ ਹਾਂ। ਇਹ ਸਾਡੇ ਭਾਗ ਬਣ ਰਹੇ ਨੇ। ਅਸੀਂ ਆਪਣੇ ਮੱਥੇ ਤੇ ਲੇਖ ਲਿਖਾ ਰਹੇ ਨੇ। ਇਸ ਤਰ੍ਹਾਂ ਇਹ ਸਾਧ ਸੰਗਤ ਕਰਨ ਦਾ ਲੇਖ ਸਾਡੇ ਭਾਗਾਂ ਵਿੱਚ ਲਿਖਿਆ ਜਾਏਗਾ। ਤੇ ਸਤਿਗੁਰੂ ਜੀ ਕਹਿੰਦੇ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਰਬਾਣੀ ਨੂੰ ਵਸਾਇਆ ਤੇ ਧਾਰਨ ਕੀਤਾ ਹੈ। ਸੋ ਏਤ ਖਜ਼ਾਨੇ ਲਿਆ ਰਲਾਏ। ਤੇ ਸਤਿਗੁਰੂ ਜੀ ਕਹਿੰਦੇ ਉਸ ਮਨੁੱਖ ਨੂੰ, ਜਿਸ ਮਨੁੱਖ ਨੇ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਦੇ ਖਜ਼ਾਨੇ ਨੂੰ ਜੀਵਨ ਵਿੱਚ ਧਾਰਨ ਕਰ ਲਿਆ, ਅਕਾਲ ਪੁਰਖ ਪਰਮਾਤਮਾ ਨੇ ਕਿਰਪਾ ਕਰਕੇ ਉਸ ਮਨੁੱਖ ਨੂੰ ਇਸ ਖਜ਼ਾਨੇ ਦਾ ਸਾਂਝੀਵਾਲ ਬਣਾ ਲਿਆ। ਸਾਂਝੀਵਾਲ ਦਾ ਅਰਥ ਹੈ ਕਿ ਇਸ ਖਜ਼ਾਨੇ ਨੂੰ ਫਿਰ ਸੰਗਤ ਵਿੱਚ ਬੈਠ ਕੇ ਉਹ ਆਪ ਵੀ ਹਾਸਲ ਕਰਦਾ ਹੈ, ਲੈਂਦਾ ਹੈ ਤੇ ਹੋਰਾਂ ਨੂੰ ਵੀ ਵੰਡਦਾ ਹੈ। ਇਸ ਖਜ਼ਾਨੇ ਦੀ ਵਰਤੋਂ ਇਸ ਤਰ੍ਹਾਂ ਕਰਦਾ ਹੈ, ਆਪ ਜਪਦਾ ਹੈ, ਹੋਰਾਂ ਨੂੰ ਜਪਾਉਂਦਾ ਹੈ। ਸੰਗਤ ਜੀ, ਸਤਿਗੁਰੂ ਜੀ ਨੇ ਇਹ ਕੀਮਤੀ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ ਹੈ। ਇਹ ਅਮੋਲਕ ਦਾਤ ਹੈ ਤੇ ਅਸੀਂ ਇਸ ਦਾਤ ਨੂੰ ਸੰਭਾਲਣਾ ਹੈ। ਇਸ ਦਾਤ ਨੂੰ ਅਸੀਂ ਵੰਡਣਾ ਹੈ। ਹਰ ਇੱਕ ਗੁਰੂ ਕਾ ਸਿੱਖ, ਜਿਨ੍ਹਾਂ ਨੂੰ ਅਕਾਲ ਪੁਰਖ ਨੇ ਇਹ ਮੱਤ ਬਖਸ਼ੀ ਹੈ, ਹਰ ਇੱਕ ਗੁਰੂ ਕਾ ਸਿੱਖ ਆਪਣੇ ਆਪ ਨੂੰ ਗੁਰੂ ਕਾ ਸਿੱਖ ਜਾਣ ਕੇ ਇਹ ਸੇਵਾ ਨਿਭਾਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੇਰੇ ਇਸ ਨਾਮ ਦੇ ਖਜ਼ਾਨੇ ਨੂੰ ਸੰਗਤ ਵਿੱਚ ਵੰਡਣ ਦੀ ਮੈਨੂੰ ਦਾਤ ਬਖਸ਼ਿਓ, ਤਾਂ ਕਿ ਇਸ ਦਾਤ ਨੂੰ ਸੰਗਤ ਵਿੱਚ ਵੰਡਿਆ ਜਾ ਸਕੇ। ਇਹ ਅਰਦਾਸ ਆਪਾਂ ਸਭਨਾਂ ਨੇ ਮਿਲ ਕੇ ਕਰਨੀ ਹੈ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰਦੁਆਰਾ ਸਾਹਿਬ ਜੀ ਦੇ ਮੁੱਖ ਹੈਡ ਗ੍ਰੰਥੀ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ, ਸਮੁੱਚੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ। ਆਓ ਜੀ ਫਤਿਹ ਨਾਲ ਸਾਂਝ ਪਾ ਕੇ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।